ਪੁਨਰਜਨਮ ਰੀਇਨਕਾਰਨੇਸ਼ਨ ਇੱਕ ਐਸਾ ਰੋਚਕ ਵਿਸ਼ੇ ਹੈ ਜਿਸ ਨੂੰ ਜਿੰਨਾ ਕੁ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਉਸ ਦਾ ਸੱਚ ਓਨਾ ਹੀ ਡੂੰਘਾ ਹੁੰਦਾ ਜਾਂਦਾ ਹੈ। ਮੈਂ ਇੱਕ ਹਿਪਨੋਥੈਰੇਪਿਸਟ ਹਾਂ। ਮੇਰਾ ਨਾਮ ਹੈ ਸ਼ੈਲੀ ਕੌਰ। ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ। ਅੱਜ ਮੈਂ ਗੱਲਬਾਤ ਤੁਹਾਡੇ ਨਾਲ ਕਰਾਂਗੀ ਪਾਸਟ ਲਾਈਫ ਰਿਗਰੈਸ਼ਨ, ਪਾਸਟ ਲਾਈਫ ਪੁਨਰਜਨਮ ਰੀਇਨਕਾਰਨੇਸ਼ਨ ਦੇ ਉੱਪਰ। ਇਸ ਥੈਰੇਪੀ ਦੇ ਨਾਲ ਜਿਹੜੀ ਕਿ ਪਾਸਟ ਲਾਈਫ ਰਿਗਰੈਸ਼ਨ ਜਿਹਨੂੰ ਕਿਹਾ ਜਾਂਦਾ ਹੈ, ਇਸ ਥੈਰੇਪੀ ਨੂੰ ਮੈਂ ਇਸਤੇਮਾਲ ਕਰਕੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੀਆਂ ਪਾਸਟ ਲਾਈਫ ਮੈਮਰੀਜ਼ ਨਾਲ ਰੂਬਰੂ ਕਰਾਇਆ। ਸਾਡੀਆਂ ਜਿਹੜੀਆਂ ਮੈਮਰੀਜ਼ ਹੁੰਦੀਆਂ, ਯਾਦਾਸ਼ਤ ਹੁੰਦੀ ਹੈ ਜਾਂ ਬਿਲੀਫ ਸਿਸਟਮਸ ਬਣ ਜਾਂਦੇ ਹਨ, ਉਹ ਸਾਡੇ ਸੁਚੇਤ ਅਤੇ ਅਚੇਤ ਮਨ ਦੇ ਵਿੱਚ ਰਹਿੰਦੇ ਨੇ। ਪਰ ਬਹੁਤ ਦੇਰ ਤੱਕ ਜੇ ਅਸੀਂ ਉਹਨਾਂ ਨੂੰ ਇਸਤੇਮਾਲ ਜਾਂ ਡੀਲ ਨਹੀਂ ਕੀਤਾ ਅਤੇ ਫਿਰ ਉਹ ਸਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਘਰ ਕਰ ਜਾਂਦੇ ਨੇ। ਮੈਂਟਲ ਬਲੌਕਸ ਬਣ ਜਾਂਦੇ ਨੇ, ਇਮੋਸ਼ਨਲ ਬਲੌਕਸ ਬਣ ਜਾਂਦੇ ਨੇ ਅਤੇ ਸਾਡੀ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਪੇਨਫੁਲ ਬਣਾ ਦਿੰਦੇ ਨੇ, ਕਿਉਂਕਿ ਸਾਡੀ ਜ਼ਿੰਦਗੀ 'ਚ ਕਨਫਿਊਜ਼ਨ ਆ ਜਾਂਦੀ ਹੈ, ਕਿਉਂਕਿ ਸਾਨੂੰ ਸਮਝ ਨਹੀਂ ਆ ਰਿਹਾ ਹੁੰਦਾ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅੱਗੇ ਵਧਣ ਦੀ, ਸਾਰਾ ਕੁਛ ਦੇਖ ਲਿਆ, ਪੜ੍ਹ ਲਿਆ, ਸਿੱਖ ਲਿਆ, ਲੇਕਿਨ ਫਿਰ ਵੀ ਅਸੀਂ ਇੱਕ ਪੁਆਇੰਟ 'ਤੇ ਆ ਕੇ ਕਿਉਂ ਫਸ ਜਾਂਦੇ ਹਾਂ। ਕਦੀ ਕਦੀ ਸਾਨੂੰ ਐਸੇ ਸੁਪਨੇ ਆਉਂਦੇ ਨੇ ਜਿਹਨੂੰ ਅਸੀਂ ਰੀਅਕਰਿੰਗ ਡਰੀਮਸ ਕਹਿੰਦੇ ਹਾਂ ਜਾਂ ਨਾਈਟਮੇਅਰਸ ਆਉਂਦੇ ਨੇ, ਅਤੇ ਉਹਨਾਂ ਦਾ ਮਤਲਬ ਸਾਨੂੰ ਸਮਝ ਨਹੀਂ ਆ ਰਿਹਾ ਹੁੰਦਾ। ਇਹ ਸਾਰੀਆਂ ਚੀਜ਼ਾਂ ਸਾਡੀ ਮੈਮਰੀਜ਼ ਤੋਂ, ਇਸ ਲਾਈਫ ਟਾਈਮ ਦੀ ਮੈਮਰੀਜ਼ ਤੋਂ, ਇਸ ਜੀਵਨ ਕਾਲ ਦੀ ਮੈਮਰੀਜ਼ ਤੋਂ ਜਾਂ ਕਿਸੇ ਹੋਰ ਜੀਵਨ ਕਾਲ ਦੀ ਮੈਮਰੀਜ਼ ਤੋਂ ਆ ਰਹੀਆਂ ਹੁੰਦੀਆਂ ਨੇ। ਹਰ ਇੱਕ ਇਨਸਾਨ ਦਾ ਆਪਣਾ ਇੱਕ ਸਫ਼ਰ ਹੁੰਦਾ ਹੈ। ਹਰ ਜੀਵਨ ਕਾਲ ਦੇ ਸਫ਼ਰ ਦੇ ਵਿੱਚ ਉਹਦੇ ਨਾਲ ਕੁਛ ਨਾ ਕੁਛ ਹਾਦਸੇ ਜ਼ਰੂਰ ਹੁੰਦੇ ਨੇ, ਜਿਹਦੇ ਵਿੱਚ ਦੁੱਖ, ਦਰਦ ਜਾਂ ਪੇਨ ਐਸਾ ਸਿਸਟਮ ਬਣਦਾ ਹੈ ਕਿ ਉਹ ਉਹਦੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਹਮੇਸ਼ਾ ਲਈ ਬੈਠ ਜਾਂਦਾ ਹੈ। ਕਈ ਵਾਰੀ ਅਸੀਂ ਉਹਦੇ ਨਾਲ ਡੀਲ ਕਰ ਲੈਂਦੇ ਹਾਂ, ਪਰ ਜਦੋਂ ਅਸੀਂ ਉਹਨੂੰ ਸਮਝ ਨਹੀਂ ਪਾਉਂਦੇ ਅਤੇ ਉਹ ਫਿਰ ਸਾਡੇ ਐਕਸਪੀਰੀਅੰਸਿਸ ਬਣ ਕੇ, ਤਜੁਰਬੇ ਬਣ ਕੇ ਸਾਡੇ ਨਾਲ ਹੀ ਰਹਿੰਦਾ ਹੈ। ਸਾਡੀ ਜਿਹੜੀ ਰੂਹ ਹੁੰਦੀ ਹੈ, ਆਤਮਾ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹ ਧਰਤੀ 'ਤੇ ਲੈਸਨਸ ਲੈਣ ਵਾਸਤੇ ਆਉਂਦੀ ਹੈ, ਸਿੱਖਣ ਵਾਸਤੇ ਆਉਂਦੀ ਹੈ, ਐਕਸਪੀਰੀਅੰਸਿਸ ਲੈਣ ਵਾਸਤੇ ਆਉਂਦੀ ਹੈ, ਤਾਂ ਕਿ ਉਹ ਵਿਕਾਸਸ਼ੀਲ ਹੋ ਜਾਏ ਜਾਂ ਇਵੋਲਵ ਹੋ ਜਾਏ, ਅੱਗੇ ਵਧੇ। ਜਨਮ ਮਰਨ ਦਾ ਇਹ ਚੱਕਰ ਸਾਡੀ ਰੂਹ ਨੂੰ ਇਵੋਲਵ ਕਰਦਾ ਹੈ। ਇਸ ਵਿਸ਼ੇ 'ਤੇ ਬਹੁਤ ਸਾਰੀ ਰਿਸਰਚ ਹੋ ਰਹੀ ਹੈ ਅਤੇ ਬਹੁਤ ਸਾਰੇ ਕੇਸਿਸ ਜਿੱਥੇ ਲੋਕਾਂ ਨੂੰ ਆਪਣੀ ਕਿਸੇ ਪਿਛਲੀ ਜਨਮ ਜਾਂ ਪੈਰਲਲ ਲਾਈਫ ਦੀ ਸਾਰੀ ਜਾਣਕਾਰੀ ਯਾਦ ਹੁੰਦੀ ਹੈ। ਕਈ ਬੱਚਿਆਂ ਨੂੰ ਹਮੇਸ਼ਾ ਯਾਦ ਰਹਿੰਦੀ ਹੈ ਜਾਂ 7 ਸਾਲ ਤੱਕ, 5 ਸਾਲ ਤੱਕ ਯਾਦ ਰਹਿੰਦੀ, ਉਸ ਤੋਂ ਬਾਅਦ ਫੇਡ ਹੋਣੀ ਸ਼ੁਰੂ ਹੋ ਜਾਂਦੀ ਹੈ। ਪਿਛਲੇ ਜਨਮ ਦੀਆਂ ਜਾਂ ਹੋਰ ਜਨਮਾਂ ਦੀਆਂ ਮੈਮਰੀਜ਼ ਨੂੰ ਅਸੀਂ ਐਕਸੈਸ ਕਰ ਸਕਦੇ ਹਾਂ, ਥਰੂ ਹਿਪਨੋਸਿਸ ਵੀ ਕਰ ਸਕਦੇ ਹਾਂ। ਕਈ ਲੋਕਾਂ ਨੂੰ ਵੈਸੇ ਹੀ ਯਾਦ ਰਹਿੰਦੀਆਂ ਨੇ। ਇਹ ਮੈਮਰੀਜ਼, ਯਾਦਾਂ ਜਾਂ ਸਾਡੇ ਬਿਲੀਫ ਸਿਸਟਮਸ, ਜੋ ਵੀ ਕੁਝ ਕਹਿ ਲਓ, ਅਚੇਤ ਮਨ 'ਚ ਹੁੰਦੇ ਨੇ। ਸਾਡਾ ਮੇਨ ਜਿਹੜਾ ਘਰ ਹੈਗਾ ਨਾ, ਉਹ ਤਾਂ ਹੈਗਾ ਸਪਿਰਿਟ ਵਰਲਡ, ਜਿਹਨੂੰ ਅਸੀਂ ਆਪਣਾ ਮੇਨ ਘਰ ਕਹਿੰਦੇ ਹਾਂ। ਮਗਰ ਧਰਤੀ ਇੱਕ ਐਸੀ ਜਗ੍ਹਾ ਹੈ ਜਿੱਥੇ ਇਨਸਾਨ ਜਾਂ ਇਹ ਰੂਹ ਆਤਮਾ ਜਨਮ ਲੈਂਦੀ ਹੈ ਅਤੇ ਥਰੂ ਡਿਫਰੈਂਟ ਐਕਸਪੀਰੀਅੰਸਿਸ ਜਾਂਦੀ ਹੈ, ਆਪਣਾ ਦੁੱਖ, ਦਰਦ, ਪੇਨ ਦੇ ਥਰੂ ਜਾਂਦੀ ਹੈ, ਤਾਂ ਕਿ ਉਹ ਇਮੋਸ਼ਨਲ ਮਾਸਟਰੀ ਕਰ ਸਕੇ। ਇਸ ਜਨਮ ਵਿੱਚ ਸਾਡੇ ਇਮੋਸ਼ਨਲ ਮਾਸਟਰੀ ਕਰਨ ਦਾ ਹੀ ਜਾਂ ਇਮੋਸ਼ਨਲ ਇਵੋਲਵਮੈਂਟ ਦਾ ਮੇਨ ਗੋਲ ਹੁੰਦਾ ਹੈ। ਹਰ ਇੱਕ ਜਨਮ ਦੇ ਵਿੱਚ ਅਸੀਂ ਕਦੀ ਸੋਚਦੇ ਹਾਂ ਕਿ ਅਸੀਂ ਬਾਰ-ਬਾਰ ਕਿਉਂ ਜਨਮ ਲੈਂਦੇ ਹਾਂ। ਕੋਈ ਤਾਂ ਕੋਈ ਕਾਰਨ ਹੁੰਦਾ ਹੋਏਗਾ, ਅਤੇ ਕਾਰਨ ਇਹੀ ਹੈ ਕਿ ਆਪਣੀ ਇਮੋਸ਼ਨਸ 'ਤੇ ਕਾਬੂ ਕਰਨਾ, ਆਪਣੀ ਇਮੋਸ਼ਨਸ ਨੂੰ ਸਮਝਣਾ ਅਤੇ ਆਪਣੀ ਇਮੋਸ਼ਨਸ 'ਤੇ ਮਾਸਟਰੀ ਪਾਉਣਾ। ਜਨਮ ਜਦੋਂ ਅਸੀਂ ਲੈਂਦੇ ਹਾਂ, ਉਹਦੇ ਨਾਲ ਹੀ ਜਨਮ ਲੈਂਦੇ ਹੀ ਸਾਡੀ ਯਾਦਾਸ਼ਤ ਤਾਲਾ ਲੱਗ ਜਾਂਦਾ ਹੈ, ਤਾਂ ਜੋ ਅਸੀਂ ਨਵੇਂ ਸਿਰੇ ਤੋਂ ਆਪਣੀ ਪਰਸਨੈਲਿਟੀ ਬਣਾਈਏ, ਨਵੇਂ ਸਿਰੇ ਤੋਂ ਆਪਣੇ ਐਕਸਪੀਰੀਅੰਸਿਸ ਨੂੰ ਦੇਖੀਏ। ਸਿਰਫ ਇਨਸਾਨ ਹੀ ਹੈ ਇੱਕ ਐਸਾ ਜਿਹਦੇ ਕੋਲ ਸੋਚ,
ਜਾਂ ਚੋਇਸਿਸ ਕਰਨ ਦੀ ਸ਼ਕਤੀ ਹੈਗੀ ਹੈ, ਚੋਣ ਕਰਨ ਦੀ ਸ਼ਕਤੀ ਹੈਗੀ ਹੈ। ਜਾਨਵਰਾਂ ਕੋਲ ਤਾਂ ਹੈਗੀ ਨਹੀਂ। ਅਸੀਂ ਸੋਚ ਸਕਦੇ ਹਾਂ, ਸਮਝ ਸਕਦੇ ਹਾਂ, ਅਤੇ ਫਿਰ ਅਸੀਂ ਇੱਕ ਚੋਇਸ ਕਰ ਸਕਦੇ ਹਾਂ। ਉਹ ਚੋਇਸਿਸ ਸਾਡੇ ਕਰਮ ਅਤੇ ਇੰਟੈਂਸ਼ਨਸ ਬਣ ਜਾਂਦੇ ਨੇ ਕਿ ਅਸੀਂ ਕੀ ਨੀਅਤ ਰੱਖਦੇ ਹਾਂ ਕੋਈ ਕੰਮ ਕਰਨ ਵਾਸਤੇ। ਉਹਨਾਂ ਕਰਮਾਂ ਦੇ ਆਧਾਰ 'ਤੇ ਸਾਡਾ ਜੀਵਨ ਕਾਲ ਬਣਦਾ ਹੈ, ਜਾਂ ਅਸੀਂ ਉਸ ਜੀਵਨ ਕਾਲ ਨੂੰ ਚੁਣਦੇ ਹਾਂ। ਇਸ ਜੀਵਨ ਕਾਲ ਨੂੰ ਚੁਣਨ ਤੋਂ ਪਹਿਲੇ ਵੀ ਸਾਨੂੰ ਚੋਇਸਿਸ ਦਿੱਤੀਆਂ ਜਾਂਦੀਆਂ ਨੇ ਕਿ ਤੁਸੀਂ ਕਿਹੜੀ ਇਮੋਸ਼ਨਸ ਨੂੰ ਮਾਸਟਰ ਕਰਨਾ। ਇਹਦੇ ਉੱਪਰ ਇੱਕ ਹੋਰ ਮੈਂ ਵੀਡੀਓ ਬਣਾਵਾਂਗੀ, ਪਰ ਉਹਦੇ ਵਿੱਚ ਮੈਂ ਤੁਹਾਨੂੰ ਹੋਰ ਜਾਣਕਾਰੀ ਦੇਵਾਂਗੀ ਇਸ ਚੀਜ਼ ਦੇ ਬਾਰੇ। ਸਾਡੇ ਕਰਮ, ਸਾਡੇ ਇੰਟੈਂਸ਼ਨਸ ਸਾਡਾ ਜੀਵਨ ਕਾਲ ਬਣਦੀਆਂ ਨੇ, ਅਤੇ ਇਹ ਸਭ ਕੁਝ ਇਸ ਕਰਕੇ ਤਾਂ ਕਿ ਸਾਡੀ ਆਤਮਿਕ ਵਿਕਾਸ ਹੋ ਸਕੇ, ਉਹਦੇ ਵੱਲ ਅਸੀਂ ਕਦਮ ਚੁੱਕ ਸਕੀਏ। ਹਰ ਚੀਜ਼ ਜੋ ਪੈਦਾ ਹੁੰਦੀ ਹੈ ਉਹ ਨਸ਼ਵਰ ਵੀ ਹੈ, ਇਹ ਸਭ ਨੂੰ ਪਤਾ ਹੈ। ਚਾਹੇ ਉਹ ਜਾਨਵਰ ਹੈ, ਇਨਸਾਨ, ਪੇੜ ਪੌਦੇ, ਇੱਥੋਂ ਤੱਕ ਕਿ ਸਾਡਾ ਯੂਨੀਵਰਸ, ਸਾਡਾ ਬ੍ਰਹਿਮੰਡ ਵੀ ਰੀਸਾਈਕਲ ਹੁੰਦਾ। ਇਸ ਜਨਮ ਅਤੇ ਮਰਨ ਦੇ ਫੇਰ ਜਨਮ ਲੈਣ ਦੇ ਗੇੜੇ ਨੂੰ ਅਸੀਂ ਰੀਇਨਕਾਰਨੇਸ਼ਨ ਕਹਿੰਦੇ ਹਾਂ। ਰੀਇਨਕਾਰਨੇਸ਼ਨ ਇੱਕ ਲੈਟਿਨ ਵਰਡ ਹੈ। ਰੀ ਦਾ ਮਤਲਬ ਦੁਬਾਰਾ, ਅਗੇਨ। ਇਨਕਾਰਨੇਟ ਮਤਲਬ ਟੂ ਐਂਟਰ ਫਲੈਸ਼, ਮਤਲਬ ਟੂ ਟੇਕ ਔਨ ਦ ਫਲੈਸ਼ ਅਗੇਨ, ਦੁਬਾਰਾ ਤੋਂ ਇਸ ਸਰੀਰ ਨੂੰ ਧਾਰਨ ਕਰਨਾ। ਇਸ ਦਾ ਮਤਲਬ ਹੈਗਾ ਰੀਇਨਕਾਰਨੇਸ਼ਨ ਦਾ। ਪੁਨਰ ਜਨਮ ਦੀ ਖੋਜ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਨਿਰੀਖਣ ਕੀਤਾ ਗਿਆ ਕਿ ਪੁਨਰ ਜਨਮ ਵਕਤ ਜਿਹੜੀ ਆਤਮਾ ਹੈ, ਜਦੋਂ ਅਸੀਂ ਜਨਮ ਲੈਂਦੇ ਹਾਂ, ਕੋਈ ਵੀ ਜਨਮ ਲੈਂਦੇ ਹਾਂ, ਉਹ ਆਤਮਾ ਉਸ ਵਕਤ ਧਰਮ, ਕੌਮੀਅਤ ਅਤੇ ਨਸਲ, ਜਾਤੀ ਜਾਂ ਲਿੰਗ ਦੇ ਅਧੀਨ ਨਹੀਂ ਹੁੰਦੀ। ਉਹ ਆਤਮਾ ਕਿਤੇ ਵੀ ਜਨਮ ਲੈ ਸਕਦੀ ਹੈ, ਜਾਂ ਅਮੀਰ ਦੇ ਘਰ ਜਾਂ ਗਰੀਬ ਦੇ ਘਰ, ਕਿਤੇ ਵੀ ਉਹ ਜਨਮ ਲੈ ਸਕਦੀ ਹੈ। ਜੋ ਅਸੀਂ ਪ੍ਰਾਪਤੀਆਂ ਕਿਸੇ ਜਨਮ ਦੇ ਵਿੱਚ ਕੀਤੀਆਂ ਹੁੰਦੀਆਂ ਨੇ, ਚਾਹੇ ਉਹ ਕਲਾਤਮਿਕ ਹੋਣ ਜਾਂ ਕਿਸੇ ਹੋਰ ਤਰ੍ਹਾਂ ਦੀਆਂ ਜਿਹਦੇ ਉੱਪਰ ਅਸੀਂ ਬਹੁਤ ਹਾਰਡ ਵਰਕ ਕੀਤਾ ਹੋਵੇ, ਉਹ ਪ੍ਰਾਪਤੀਆਂ ਵੀ ਸਾਡੇ ਕੋਲੋਂ ਕਦੀ ਗਵਾਚਦੀਆਂ ਨਹੀਂ ਹੈਗੀਆਂ। ਪਰ ਵਕਤ ਆਉਣ 'ਤੇ, ਜਦੋਂ ਸਹੀ ਵਕਤ ਹੁੰਦਾ ਹੈ, ਉਹ ਐਕਚੁਅਲਾਈਜ਼ ਹੋ ਜਾਂਦੀਆਂ ਨੇ, ਉਹ ਸਾਡੇ ਸਾਹਮਣੇ ਆ ਜਾਂਦੀਆਂ ਨੇ। ਕਦੀ ਤੁਸੀਂ ਦੇਖਿਆ ਹੋਣਾ ਕਿ ਕੋਈ ਛੋਟਾ ਜਿਹਾ ਬੱਚਾ ਬਿਨਾਂ ਕੁਝ ਸਿੱਖੇ ਬਗੈਰ ਹੀ ਇੰਨਾ ਕਲਾਤਮਿਕ ਜਾਂ ਉਹਦੇ 'ਚ ਕਾਫੀ ਹੁਨਰ ਹੁੰਦਾ, ਅਤੇ ਉਹ ਹੁਨਰ ਦਾ ਬਹੁਤ ਵਧੀਆ ਤਰੀਕੇ ਨਾਲ ਪ੍ਰਦਰਸ਼ਨ ਕਰਦਾ, ਜਦੋਂ ਕਿ ਉਹਨੇ ਕੁਝ ਜ਼ਿਆਦਾ ਸਿੱਖਿਆ ਵੀ ਨਹੀਂ ਹੁੰਦਾ। ਇਸ ਟੌਪਿਕ ਦੇ ਉੱਪਰ, ਇਸ ਵਿਸ਼ੇ ਦੇ ਉੱਪਰ ਬਹੁਤ ਸਾਰੇ ਸਾਇੰਟਿਸਟ ਨੇ, ਡਾਕਟਰਸ ਨੇ ਰਿਸਰਚ ਕੀਤੀ, ਔਰ ਅੱਜ ਤੱਕ ਰਿਸਰਚ ਕਰ ਰਹੇ ਨੇ। ਬਹੁਤ ਸਾਰੇ ਕੇਸਿਸ ਨੇ ਜਿਹੜੇ ਸਾਹਮਣੇ ਆਏ, ਅਤੇ ਜੇ ਕੋਈ ਇੰਟਰਸਟਿਡ ਹੁੰਦਾ ਅਤੇ ਬਹੁਤ ਸਾਰੀ ਇਨਫੋਰਮੇਸ਼ਨ, ਨੌਲੇਜ ਇਸ ਟੌਪਿਕ ਦੇ ਉੱਪਰ ਅਵੇਲੇਬਲ ਹੈਗੀ ਹੈ। ਇੱਕ ਡਾਕਟਰ, US ਸਾਈਕਾਇਟਰਿਸਟ ਆਇਨ ਸਟੀਵਨਸਨ, ਕੈਨੇਡੀਅਨ ਬੋਰਨ ਪਰ US ਸਾਈਕਾਇਟਰਿਸਟ ਨੇ, ਉਹਨਾਂ ਦੇ ਇਸ ਸਬਜੈਕਟ ਉੱਪਰ ਬਹੁਤ ਜ਼ਿਆਦਾ ਰਿਸਰਚ ਅਵੇਲੇਬਲ ਹੈਗੀ ਹੈ। ਤੁਸੀਂ ਉਹਨੂੰ ਪੜ੍ਹ ਸਕਦੇ ਹੋ। ਉਹਨਾਂ ਨੇ ਬੁੱਕਸ ਵੀ ਲਿਖੀਆਂ, YouTube ਵੀਡੀਓਜ਼ ਵੀ ਹੈਗੇ ਨੇ। ਇੱਕ ਹੋਰ ਸਾਇੰਟਿਸਟ, ਡਾਕਟਰ ਰੇਮੰਡ ਮੂਡੀ, ਇੱਕ ਸਾਈਕਾਇਟਰਿਸਟ, ਇੱਕ ਸਾਈਕੋਲੋਜਿਸਟ ਨੇ, ਅਤੇ ਉਹਨਾਂ ਨੇ ਬਹੁਤ ਸਾਰੀ ਰਿਸਰਚ ਕੀਤੀ ਪਾਸਟ ਲਾਈਫ ਦੇ ਉੱਪਰ, ਨੀਅਰ ਡੈਥ ਐਕਸਪੀਰੀਅੰਸਿਸ ਦੇ ਉੱਪਰ, ਅਤੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ। ਈਬਨ ਅਲੈਗਜ਼ੈਂਡਰ ਇੱਕ ਅਮਰੀਕਨ ਨਿਊਰੋ ਸਰਜਨ ਨੇ, ਜਿਨ੍ਹਾਂ ਨੇ ਆਪਣੀ ਆਪ ਬੀਤੀ ਇੱਕ ਕਿਤਾਬ ਦੇ ਵਿੱਚ ਲਿਖੀ, ਕਿਸ ਤਰੀਕੇ ਨਾਲ ਉਹਨਾਂ ਦੀ ਨੀਅਰ ਡੈਥ ਐਕਸਪੀਰੀਅੰਸ ਹੋਇਆ। ਉਹਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀਗਾ, ਮਗਰ ਉਹ ਫਿਰ ਦੁਬਾਰਾ ਤੋਂ ਜੀਵਿਤ ਹੋਏ। ਜਦੋਂ ਜ਼ਿੰਦਾ ਹੋਏ, ਅਤੇ ਉਹਨਾਂ ਨੂੰ ਜੋ ਐਕਸਪੀਰੀਅੰਸਿਸ ਉਸ ਦੌਰਾਨ ਹੋਏ, ਉਹਨਾਂ ਨੇ ਇੱਕ ਕਿਤਾਬ ਦੇ ਵਿੱਚ ਲਿਖਿਆ। ਉਸ ਕਿਤਾਬ ਦਾ ਨਾਮ ਹੈ ਪ੍ਰੂਫ ਆਫ ਹੈਵਨ। ਜ਼ਰੂਰ ਪੜ੍ਹਨਾ, ਕਾਫੀ ਰੋਚਕ ਕਿਤਾਬ ਹੈ। ਡਾਕਟਰ ਬ੍ਰਾਇਨ ਵੀਸ ਇੱਕ ਅਮਰੀਕਨ ਮਸ਼ਹੂਰ ਸਾਈਕਾਇਟਰਿਸਟ ਐਂਡ ਹਿਪਨੋਥੈਰੇਪਿਸਟ ਨੇ, ਅਤੇ ਇਹਨਾਂ ਨੇ ਪਾਸਟ ਲਾਈਫ ਰਿਗਰੈਸ਼ਨ, ਫਿਊਚਰ ਲਾਈਫ ਪ੍ਰੋਗਰੈਸ਼ਨ ਐਂਡ ਜਰਨੀ ਆਫ ਸੋਲ ਦੇ ਬਾਰੇ ਬਹੁਤ ਜ਼ਿਆਦਾ ਰਿਸਰਚ ਕੀਤੀ, ਅਤੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਬਹੁਤ ਸਾਰੇ ਇੰਟਰਵਿਊਜ਼ ਹੋਏ ਨੇ ਇਹਨਾਂ ਦੇ, ਅਤੇ ਬਹੁਤ ਸਾਰੀ ਇਨਫੋਰਮੇਸ਼ਨ ਵੀ ਅਵੇਲੇਬਲ ਨੇ। ਮੈਂ ਆਪਣੇ ਪਰਸਨਲ ਐਕਸਪੀਰੀਅੰਸ ਐਜ਼ ਅ ਹਿਪਨੋਥੈਰੇਪਿਸਟ
ਜੋ ਮੈਨੂੰ ਹੋਏ ਐਕਸਪੀਰੀਐਂਸਿਸ ਬਹੁਤ ਸਾਰੇ ਲੋਕਾਂ ਨਾਲ ਕੰਮ ਕਰਨ ਤੋਂ ਬਾਅਦ ਮੈਨੂੰ ਇਹ ਵੇਖਣ ਨੂੰ ਮਿਲਿਆ ਕਿ ਆਤਮਾ ਬਾਰ-ਬਾਰ ਇੱਕ ਪੈਟਰਨ ਨੂੰ ਦੁਹਰਾਉਂਦੀ ਹੈ, ਬਾਰ-ਬਾਰ ਸੇਮ ਪੈਟਰਨ ਨੂੰ ਦੁਹਰਾਉਂਦੀ ਹੈ, ਜਿਸ ਪੈਟਰਨ ਦੇ ਵਿੱਚ ਅਸੀਂ ਫਸੇ ਹੁੰਦੇ ਹਾਂ। ਜੇ ਅਸੀਂ ਉਸ ਨੂੰ ਨਾ ਤੋੜੀਏ ਤਾਂ ਅਗਲੇ ਜਨਮ ਵਿੱਚ ਵੀ ਸਾਨੂੰ ਫਿਰ ਉਹੀ ਦੁਹਰਾਉਣਾ ਪੈਂਦਾ ਹੈ। ਉਹ ਪੈਟਰਨ ਸਾਡੇ ਮਨੀ ਦੇ ਨਾਲ ਰਿਲੇਟਿਡ ਹੋ ਸਕਦਾ ਹੈ, ਰਿਲੇਸ਼ਨਸ਼ਿਪਸ ਦੇ ਨਾਲ ਰਿਲੇਟਿਡ ਹੋ ਸਕਦਾ ਹੈ, ਜਾਂ ਸਾਡੀ ਹੈਲਥ ਨਾਲ ਰਿਲੇਟਿਡ ਹੋ ਸਕਦਾ ਹੈ। ਬਸ ਇਹ ਤਿੰਨ ਚੀਜ਼ਾਂ ਹੀ ਨੇ ਮੋਸਟਲੀ, ਮਨੀ, ਰਿਲੇਸ਼ਨਸ਼ਿਪ ਜਾਂ ਹੈਲਥ, ਜਿਨ੍ਹਾਂ ਦੇ ਕੰਬੀਨੇਸ਼ਨਸ ਜਾਂ ਜੋੜ ਤੋੜ ਦੇ ਵਿੱਚ ਹੀ ਸਾਡੀ ਇਮੋਸ਼ਨਲ ਗਰੋਥ ਹੈ, ਤਾਂ ਕਿ ਅਸੀਂ ਅੱਗੇ ਵੱਧ ਸਕੀਏ। ਜੋ ਵੀ ਦੁੱਖ ਦਰਦ ਹੁੰਦਾ ਸਾਨੂੰ ਇਹਨਾਂ ਤਿੰਨ ਚੀਜ਼ਾਂ ਕਰਕੇ ਹੀ ਹੁੰਦਾ, ਅਤੇ ਇਮੋਸ਼ਨਲ ਮਾਸਟਰੀ ਹੀ ਸਾਡਾ ਗੋਲ ਹੈ ਇਸ ਜਨਮ ਦੇ ਵਿੱਚ। ਤਾਂ ਹੀ ਗੁਰਬਾਣੀ ਦੇ ਵਿੱਚ ਕਿਹਾ ਗਿਆ ਹੈ, ਮਨ ਜੀਤੇ ਜਗ ਜੀਤ।